अस्सलामुअलैकुम व्यूवर्स, कैसे हैं आप सब लोग। उम्मीद है कि सब इंशाल्लाह ठीक होंगे। मैं हूं उज़मा और आप देख रहे हैं आपका चैनल स्ट्रॉन्ग उज़मा। आजकल महंगाई का दौर है। सुना था कि लोग एक शादी करते हैं, दो शादियां करते हैं, तीन, चार तक तो इस्लाम में भी जायज़ है कि अगर कोई अफोर्ड कर सकता है, सब बीवियों के बराबर हकूक़ दे, तो 4 शादियाँ इस्लाम में जायज़ हैं। लेकिन 5 शादियाँ और 6 शादियाँ, ये तो मैंने पहली बार सुना है। आज मैं आपकी मुलाकात एक ऐसे नौजवान से कराती हूँ जिनकी पहली शादी 21 साल की उम्र में हुई और जो आखिरी शादी इनकी है वो 47 साल की उम्र में। अब ये हो चुके हैं 47 साल के और 26 साल इनका तजर्बा कैसा रहा है, 5 शादियाँ कैसे की हैं और 5 लड्डू इन्होंने कैसे खाए हैं। क्योंकि ये लड्डू मीठा जो खाए वो भी पछताए, जो ना खाए वो भी पछताए। तो इन्होंने तो 5 लड्डू खाए हैं। बात करते हैं जाहिद खान से। मेरे साथ मौजूद हैं आज जाहिद खान। वालेकुम सलाम। जी जाहिद खान, मुझे ये बताइए कि इतनी महंगाई के दौर में आपने ये 5 लड्डू कैसे एकदम खा लिए? 5 शादियाँ आपने कैसे कर ली? पहली शादी 21 साल की उम्र में की, फिर दूसरी कब, तीसरी कब और चौथी कब? आवाम सुनना चाहती है कि आजकल के दौर में 5 शादियाँ। लो जी, मेरी दुख भरी दास्तान शुरू होने लगी। ਜਿਹੜੇ ਕੁਆਰੇ ਮੁੰਡੇ ਨੇ ਉਹਨਾਂ ਨੂੰ ਨਸੀਹਤ ਵੀ ਹੈਗੀ। ਮੈਂ ਜਦੋਂ ਪਹਿਲੀ ਸ਼ਾਦੀ ਕੀਤੀ ਨਾ ਤੇ ਮੈਂ ਆਪਣੇ ਮਾਂ ਪਿਓ ਦਾ ਮੈਂ ਕਹਿਣਾ ਸੌਣਾ ਉੱਠਣਾ ਹਰਾਮ ਕੀਤਾ ਸੀ। ਮੈਂ ਜਦੋਂ ਆਣਾ ਮੈਂ ਕਹਿਣਾ ਮੇਰਾ ਵਿਆਹ ਕਰ ਦਿਓ, ਮੇਰਾ ਵਿਆਹ ਕਰ ਦਿਓ, ਮੇਰਾ ਵਿਆਹ ਕਰ ਦਿਓ। ਮੇਰੀ ਮਾਂ ਅੱਲਾ ਜ਼ਿੰਦਗੀ ਕਰੇ, ਮੇਰੀ ਮਾਂ ਕਹਿੰਦੀ ਪੁੱਤ ਜਿਹੜਾ ਤੂੰ ਵਿਆਹ ਵਾ ਕਹਿ ਰਿਹਾ ਨਾ ਤੂੰ 6 ਮਹੀਨੇ ਨਹੀਂ ਕੱਢਣੇ। ਮੈਂ ਕਿਹਾ ਮਾਂ ਜੀ ਤੁਸੀਂ ਮੇਰਾ ਵਿਆਹ ਕਰੋ। ਅੱਬੇ ਨੇ ਕਹਿਣਾ ਠਹਿਰ ਜਾ ਪੁੱਤ, ਪਹਿਲੇ ਕੋਈ ਕੰਮ ਸ਼ਾਮ ਕਰ ਲਓ। ਮੈਂ ਕਿਹਾ ਨਹੀਂ ਮੇਰਾ ਵਿਆਹ ਕਰੋ। ਆਖਰ ਉਹਨਾਂ ਨੇ ਮੇਰੇ ਕੋਲ ਤੰਗ ਹੋ ਕੇ ਉਹਨਾਂ ਨੇ ਕਿਹਾ ਅੱਛਾ ਜੀ ਠੀਕ ਹੈ, ਮੇਰਾ ਵਿਆਹ ਕਰਤਾ ਹੈ। ਜਦੋਂ ਮੇਰਾ ਵਿਆਹ ਹੋ ਗਿਆ ਮੈਂ ਕਿਹਾ ਮੈਂ ਨਹੀਂ ਕਰਾਉਣਾ ਵਿਆਹ। ਕਿਉਂ? ਉਹਨੇ ਤੁਹਾਨੂੰ ਕੀ ਕਿਹਾ ਤੇ? ਕਿਉਂਕਿ ਸ਼ਾਦੀ ਇੱਕ ਉਹ ਜਿਵੇਂ ਜੇ ਕਹਿੰਦੇ ਨੇ ਜਿਹੜਾ ਲੱਡੂ ਖਾਵੇ ਉਹ ਵੀ ਪਛਤਾਵੇ, ਜਿਹੜਾ ਨਾ ਖਾ ਉਹ ਵੀ ਪਛਤਾਵੇ। ਅਤੇ ਇਹ ਜਿਹੜਾ ਨਹੀਂ ਖਾਦਾ ਨਾ ਉਹ ਸੋਚ ਸਮਝ ਕੇ ਖਾਣ। ਉਹ ਪਹਿਲੇ ਅੱਛੀ ਤਰ੍ਹਾਂ ਜ਼ੇਨ ਬਣਾ ਲੈਣ, ਪਹਿਲੇ ਆਪਣਾ ਕਾਰੋਬਾਰ ਥੋੜ੍ਹਾ ਸੈਟਲ ਕਰ ਲੈਣ, ਠੀਕ ਹੈ ਨਾ। ਉਸ ਤੋਂ ਬਾਅਦ ਮਾਂ ਪਿਓ ਨੂੰ ਚਾਹੀਦਾ ਕਿ ਸ਼ਾਦੀ ਭਾਵੇਂ ਜਲਦੀ ਕਰ ਦੇਣ, ਲੇਕਿਨ ਆਪਣੇ ਪੁੱਤਰ ਦੀ ਨਾ ਜ਼ੇਨੀ ਤਾਕਤ ਦੇਖ ਲੈਣ ਕਿੰਨੀ ਕੁ ਹੈਗੀ। ਇਹ ਕਿਸੇ ਦੀ ਬੱਚੀ ਨੂੰ ਸੰਭਾਲ ਲਏਗਾ, ਨਹੀਂ ਸੰਭਾਲ ਸਕਦਾ। ਅਸੀਂ ਆਪਣਾ ਜਲਦੀ ਸ਼ਾਦੀ ਤਾਂ ਕਰ ਦਿੰਦੇ ਕਿ ਚਲੋ ਮੁੰਡਾ ਵੱਡਾ ਹੋ ਗਿਆ ਦੀ ਸ਼ਾਦੀ ਕਰ ਦਿਓ, ਲੇਕਿਨ ਮੁੰਡੇ ਦਾ ਦਿਮਾਗ ਨਹੀਂ ਤਿਆਰ ਹੁੰਦਾ ਸ਼ਾਦੀ ਵੱਲੋਂ, ਜ਼ੇਨੀ ਤੌਰ 'ਤੇ ਤਿਆਰ ਨਹੀਂ ਹੁੰਦਾ। ਇਸ ਦੌਰ 'ਚ ਨਾ ਜ਼ਿਆਦਾਤਰ ਇਸ ਟਾਈਮ ਤੁਸੀਂ ਤਜਜ਼ੀਆ ਕਰ ਲਓ, ਤਲਾਕ ਸਭ ਤੋਂ ਜ਼ਿਆਦਾ ਹੋ ਰਹੀ ਹੈ। ਤੁਸੀਂ ਮੀਡੀਆ, ਸੋਸ਼ਲ ਮੀਡੀਆ ਦੇਖ ਲਓ ਜਾਂ ਤੁਸੀਂ ਕਿਸੇ ਸਾਇੰਸਦਾਨ ਜਿਹੜੇ ਕਹਿੰਦੇ ਤਜਰਬੇ ਕਰਦੇ ਉਹਨਾਂ ਨੂੰ ਪੁੱਛ ਲਓ, ਤਲਾਕ ਸਭ ਤੋਂ ਜ਼ਿਆਦਾ ਹੋ ਰਹੀ। ਉਹਦੀ ਇਹੀ ਵਜ੍ਹਾ ਹੈਗੀ ਹੈ ਕਿ ਅਸੀਂ ਬੱਚੇ ਦੀ ਸ਼ਾਦੀ ਕਰਦੇ ਨੇ ਲੇਕਿਨ ਉਹਦੀ ਜ਼ਹਿਨੀ ਤਾਕਤ ਨਹੀਂ ਦੇਖਦੇ, ਮੈਂਟਲੀ ਤਾਕਤ ਨਹੀਂ ਵੇਖਦੇ। ਇਹ ਕਿੰਨਾ ਕੁ ਪ੍ਰੂਵ ਕਰੇਗਾ ਇਹ ਕਿਸੇ ਦੀ ਬੱਚੀ ਨੂੰ ਸੰਭਾਲ ਸਕਦਾ, ਇਹ ਜ਼ਹਿਨੀ ਤੌਰ 'ਤੇ ਤਿਆਰ ਹੈ ਕਿ ਨਹੀਂ। ਮੈਂ ਵੀ ਸ਼ਾਦੀ ਕਰ ਲਈ, ਮੇਰੇ ਮਾਂ ਪਿਓ ਸਮਝਾਉਂਦੇ ਸੀ, ਮੈਂ ਨਹੀਂ ਸਮਝਿਆ। ਮੈਂ ਕਿਹਾ ਮੇਰੀ ਸ਼ਾਦੀ ਕਰੋ। ਉਹ ਜਦੋਂ ਸ਼ਾਦੀ ਹੋ ਗਈ ਮੈਨੂੰ ਪਤਾ ਲੱਗ ਗਿਆ ਕਿ ਸ਼ਾਦੀ ਕਰਨਾ ਤੇ ਇੰਝ ਸਮਝੋ ਕਿ ਪੂਰੇ ਖਾਨਦਾਨ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਆ ਗਈ। मैं तो उस टाइम में समझ नहीं पाया कि मेरी की बनी। वो बीवी मैंने कहे आज मामू के घर जाना है, आज चाचू के घर जाना है, आज अम्मी ने बुलाया। मैं कहा भी ये किहड़ा रंडी रोना टुर पाया। वो कहना अम्मी मेरा माँ प्यो कहे पोते तो करना पेगा, शादी की हुण पूरा खानदान उहदे नाल तू चलना पेगा। तो मैं संभाल नहीं पाया। वो मेरी बीवी डिवोर्स देती। हाँ, मेरे वो बीवी ਨਾਲ ਮੇਰੀ ਲੜਾਈ ਝਗੜੇ ਇੰਨੇ ਹੁੰਦੇ ਸੀਗੇ, ਕੁਛ ਮੈਂ ਉਹਨੂੰ ਸਮਝ ਪਾਇਆ। ਉਹ ਜੇ ਮੈਂ ਉਹਨੂੰ ਆਪਣੀ ਮਜਬੂਰੀ ਦੱਸਦਾ ਸੀ ਕਿ ਬੇਗਮ ਅੱਜ ਕੋਈ ਕਾਰੋਬਾਰ ਨਹੀਂ ਹੈਗਾ ਜਾਂ ਹਾਲਾਤ ਨਹੀਂ ਹੈਗੇ, ਅੱਜ ਇੰਝ ਕਰਦੇ ਨੇ ਇੰਝ ਕਰਦੇ ਨੇ, ਉਹ ਕਹਿੰਦੀ ਸੀ ਨਹੀਂ ਇੰਝ ਕਰਨਾ ਹੈ, ਇੰਝ ਕਰਨਾ। ਇਹ ਲੜਕੇ ਨੂੰ ਵੀ ਨਸੀਹਤ ਹੈਗੀ, ਅਗਰ ਤੁਹਾਡੇ ਸ਼ੌਹਰ ਦੀ ਆਮਦਨੀ ਥੋੜ੍ਹੀ ਹੈਗੀ ਏ, ਅਗਰ ਉਹ ਨਹੀਂ ਪੂਰੀ ਕਰ ਸਕਦਾ ਤੁਹਾਡੀ, ਤੇ ਮੈਨੇਜ ਕਰ ਲਓ, ਗੁਜ਼ਾਰਾ ਕਰੋ। ਇੱਕ ਵਕਤ ਆਏਗਾ ਤੁਹਾਡੀ ਹਰ ਚੀਜ਼ ਸੈਟਲ ਹੋ ਜਾਏਗੀ। ਜਲਦਬਾਜ਼ੀ ਨਾਲ ਜਿਹੜਾ ਬੰਦਾ ਫੈਸਲਾ ਕਰੇਗਾ ਨਾ ਜ਼ਿੰਦਗੀ 'ਚ ਨੁਕਸਾਨ ਕਰੇਗਾ। ਅਗਰ ਸ਼ਾਦੀ ਹੋ ਗਈ ਹੈ ਕੋਈ ਬਾਤ ਨਹੀਂ, ਸ਼ਾਦੀ ਤੋਂ ਬਾਅਦ ਵੀ ਜਲਦਬਾਜ਼ੀ 'ਚ ਫੈਸਲਾ नहीं करना है। वो लड़की है या लड़का है, थोड़ा टाइम देना उस रिश्ते में। 2-4 साल तुम टाइम दोगे इंशाअल्लाह ताला रिश्ता गिरफ्त आ जाएगा। अगर पहले साल तुम कहोगे ना कि भाई एक ही बनी, तो भाई तुम मोबाइल नवा ला लो, मोटरसाइकिल नवी ला लो या कोई चीज़ नवी ला लो, तो पहले परेशान ही करेगी। वो टाइम लगेगा उन्हें समझन लगे। फिर दूसरी पहली चली गई, पहली फिर चली गई, तकरीबन 4 साल महीना रही, उन्हें उस तो बाद चली गई। फिर उस तो बाद फिर मैं हौसला किया। मैं कभी जमाना ज़िंदगी तो गुजारने बगैर बीवी तो ज़िंदगी कोई नहीं। फिर मैं दूसरी शादी की थी। दूसरी लड़की अच्छी सी लेकिन मेरी किस्मत माड़ी। मैंने अक्सर लोग कहते यार सारियाँ गलत सी, तू ही सच्चा सीगा। मैं कहा तो अल्लाह ही जानता हूँ, मैं किसी को क्लियर तो नहीं कर सकता कि अल्लाह जानता कौन सच्चा या कौन झूठा। लेकिन सिर्फ इन्ना जानना कि इस टाइम मेरी 5वीं शादी थी, मेरी ज़िंदगी इन्नी खुशहाल है ना, मैं समझदा कि इस दूसरी ने फिर तलाक देती। हाँ नहीं, दूसरी का मकसद ये सीगा, दूसरी ਉਹਦੀ ਸਿਰਫ ਇੱਕ ਭੈਣ ਸੀ, ਉਹਦੇ ਬੱਚੇ ਸਨ ਤੇ ਉਹਦੇ ਨਾਲ ਮੈਂ ਸ਼ਾਦੀ ਕਰ ਲਈ। ਲੇਕਿਨ ਉਹ ਜ਼ਿਆਦਾ ਟਾਈਮ ਆਪਣੀ ਭੈਣ ਤੇ ਬੱਚੇ ਨਾਲ ਦਿੰਦੀ ਸੀ। ਮੈਂ ਉਹਨੂੰ ਕਹਿੰਦਾ ਸੀ ਵੀ ਕੀ ਵਜ੍ਹਾ, ਉਹ ਕਹਿੰਦੀ ਸੀ ਮੇਰੀ ਮਾਂ ਮਰਨ ਲੱਗੀ ਮੈਨੂੰ ਕਹਿ ਗਈ ਸੀ ਤੂੰ ਬੱਚੇ ਦੀ ਨਾਨੀ ਬਣਨਾ।
ਮੈਂ ਕਿਹਾ ਤੂੰ ਨਾਨੀ ਬਣ ਜਾਏਗੀ, ਮੈਂ ਨਹੀਂ ਪਿਓ ਬਣ ਸਕਣਾ, ਤੇਰੀ ਮਿਹਰਬਾਨੀ, ਥੋੜਾ ਮੈਨੂੰ ਟਾਈਮ ਦੇ। ਲੇਕਿਨ ਉਹ ਮੈਂ ਸਵੇਰੇ ਉੱਠਣਾ ਤੇ ਆਪਣੀ ਭੈਣ ਦੇ ਘਰ, ਤੇ ਸ਼ਾਮ ਨੂੰ ਜਾ ਕੇ ਮੈਂ ਲੈ ਕੇ ਆਉਣਾ, ਸਵੇਰੇ ਮੈਂ ਉੱਠਣਾ ਤੇ ਭੈਣ ਦੇ ਘਰ। ਉਹ ਤਕਰੀਬਨ ਮੇਰਾ ਸਾਲ ਕੇ ਕੰਮ ਚੱਲਿਆ। ਉਸ ਤੋਂ ਬਾਅਦ ਲੜਾਈ ਝਗੜੇ ਬੜੇ ਪਏ। ਉਹਦੀ ਭੈਣ ਨੇ ਕਿਹਾ ਨਹੀਂ ਜੀ ਇਹ ਮੇਰਾ ਇਹਦੇ ਬਗੈਰ ਗੁਜ਼ਾਰਾ ਕੋਈ ਨਹੀਂ ਗਾ। अच्छा फिर तीसरी? ਉਸ ਤੋਂ ਬਾਅਦ ਫਿਰ ਉਹ ਵੀ ਛੱਡਤੀ। ਫਿਰ ਉਸ ਤੋਂ ਬਾਅਦ ਤੀਸਰੀ ਸ਼ਾਦੀ ਕੀਤੀ। ਤੀਸਰੀ अच्छी लड़की ਸੀਗੀ, ਉਹਦੇ ਨਾਲ ਮੇਰੀ ਅੰਡਰਸਟੈਂਡਿੰਗ ਵੀ ਹੋ ਗਈ, ਸਭ ਕੁਝ ਅੱਛਾ ਹੋ ਗਿਆ। ਲੇਕਿਨ 2 ਸਾਲ ਬਾਅਦ ਉਹਦੀ ਡਿਮਾਂਡ ਹੋਈ ਕਿ ਮੈਂ ਅਲੱਗ ਮਕਾਨ 'ਚ ਰਹਿਣਾ ਹੈ। ਮੈਂ ਕਿਹਾ ਯਾਰ ਤੇਰੀ ਡਿਮਾਂਡ ਜਾਇਜ਼ ਹੈਗੀ ਹੈ, ਇਹ ਸ਼ਰੀਅਤ ਵੀ ਇਜਾਜ਼ਤ ਦਿੰਦੀ, ਇਸਲਾਮ ਵੀ ਇਜਾਜ਼ਤ ਦਿੰਦੀ ਕਿ ਬੀਵੀ ਦਾ ਹੱਕ ਹੈ ਉਹ ਅਲੱਗ ਰਹਿ ਸਕਦੀ। ਲੇਕਿਨ ਮੇਰੇ ਮਾਂ ਪਿਓ ਬਜ਼ੁਰਗ ਨੇ, ਮੈਂ ਉਹਨਾਂ ਨੂੰ ਛੱਡ ਨਹੀਂ ਸਕਦਾ। ਮੇਰੀ ਮਜਬੂਰੀ ਹੈ, ਮੈਂ ਨਾ ਥੋੜਾ ਕੰਪਰੋਮਾਈਜ਼ ਕਰ, ਤੈਨੂੰ ਕੋਈ ਪਰੇਸ਼ਾਨੀ ਕੋਈ ਟੈਨਸ਼ਨ ਮੈਨੂੰ ਦੱਸ, ਮੈਂ ਹੱਲ ਕਰਦਾ। ਉਹਨੇ ਕਿਹਾ ਨਹੀਂ ਮੈਂ ਅਲੱਗ ਹੀ ਰਹਿਣਾ ਹੈ। ਮੈਂ ਕਿਹਾ ਅੱਛਾ ਫਿਰ ਜੇ ਤੂੰ ਅਲੱਗ ਰਹਿਣਾ ਫਿਰ ਤੂੰ ਅਲੱਗ ਹੋ ਜਾ, ਕਿਉਂਕਿ ਮੈਂ ਮਾਂ ਪਿਓ ਨੂੰ ਨਹੀਂ ਛੱਡ ਸਕਦਾ। ਕਿਉਂਕਿ ਮਾਂ ਪਿਓ बीवी फिर मेरे को 5वीं भी आ गई। जे मैं माँ प्यो छड़ दिंदा ना वो मेरे को नहीं सियाने। एक कुछ लोग मैंने गलत भी कहते हैं, मैं क्या अल्लाह मैंने माफ़ कर देगा अगर से लोग गलत कहते, लेकिन मैं अपने माँ प्यो नहीं छोड़ सकता, उन्होंने तो बगैर मेरा गुजारा कोई नहीं। मैं फिर वो बीवी अलहदगी कर दी। फिर चौथी? अच्छा ਤੁਹਾਨੂੰ ਲੋਕੀ ਰਿਸ਼ਤਾ ਦੇ ਕਿਸ ਤਰ੍ਹਾਂ ਦਿੰਦੇ ਸੀ ਇਹ ਤਾਂ ਦੱਸੋ। ਵੈਸੇ ਕਦੀ ਕਦੀ ਮੈਂ ਸੋਚਦਾ ਤੇ ਪਰੇਸ਼ਾਨ ਹੋਣਾ, ਯਾਰ ਇਹ ਮੈਨੂੰ ਕਿਵੇਂ ਰਿਸ਼ਤੇ ਲੱਭ ਜਾਂਦੇ ਸਨ। ਹੋਈ ਨਾ ਇੱਕ ਤੋਂ ਬਾਅਦ ਫਿਰ 100 ਨੁਕਸ ਕੱਢੇ ਜਾਂਦੇ ਨੇ, ਕਿਉਂ ਸ਼ਾਦੀ ਛੱਡੀ, ਕੀ ਹੋਇਆ, ਕੀ ਮਾਮਲਾ, ਤੇ ਤੁਸੀਂ ਤਾਂ ਫਟਾਫਟ 5 ਮਿੰਟਾਂ 'ਚ ਕੀਤੀਆਂ। 21 ਸਾਲ ਦਾ ਤਜਰਬਾ। मैं टाइम नहीं लाया। मैं जिवें पहले छड्डदा सी ना, दूसरी दा अल्लाह वालों कोई सिस्टम ऐसा बनता सी कि शादी वाला मेरा ज़हन बन जाता सी, अगों रिश्ता भी लभ जाता सी, हो जाती सी। चौथी जो मैं की उन्होंने मैं दसिया वाज़े तौर पर, मैं कहा यार देखो मैं पहले भी शादीशुदा, मैं पहले डिवोर्स दी हुई है, तुहाडी मेहरबानी। मैं ਉਹਦੇ ਮਾਂ ਪਿਓ ਨਾਲ ਮੇਰੀ ਗੱਲ ਹੋਈ ਕਿ मैं अपने माँ प्यो तो अलग नहीं रह सकता, क्योंकि पिछली बीवी मैं अलग होने की वजह तो छड्डी हुई है, तो मैं वो नहीं कर सकता। अपनी बेटी की तबीयत तुसी जानते, माँ प्यो जानता है ਉਹਦੇ ਪੁੱਤਰ ਦੀ ਤਬੀਅਤ, ਆਪਣੀ ਧੀ ਦੀ ਵੀ ਤਬੀਅਤ ਨੂੰ ਸਿਰਫ ਮਾਂ ਪਿਓ ਜਾਣਦਾ ਹੈ। ਤੇ ਮਾਂ ਪਿਓ ਸਮਝੇ ਜਦੋਂ ਬੱਚੇ ਦੀ ਸ਼ਾਦੀ ਹੋਣੀ ਉਦੋਂ ਕਰੇ, ਤੇ ਜਿਹੋ ਜਿਹਾ ਜ਼ਹਿਨ ਹੈ ਉਹੋ ਜਿਹਾ ਅੱਗੋਂ ਕਰ ਵੇਖੇ। ਇਹ ਨਾ ਹੋਵੇ ਕਿ ਮਰਜ਼ੀ ਨਾ ਕਰ ਦਿਓ, ਤੁਹਾਨੂੰ ਪਤਾ ਕਿ ਤੁਹਾਡੀ ਬੱਚੀ ਗੁੱਸੇ ਵਾਲੀ ਹੈ, ਤਲਕ ਕਲਾਮੀ ਕਰਦੀ। ਫਿਰ ਕੋਸ਼ਿਸ਼ ਕਰੋ ਕਿ ਮੈਚੁਰ ਬੰਦੇ ਨਾਲ ਸ਼ਾਦੀ ਕਰੋ, ਉਹ ਹੈਂਡਲ ਕਰ ਜਾਏਗਾ। ਫਿਰ ਉਸ ਤੋਂ ਬਾਅਦ ਨਾ ਉਹ ਲੜਕੀ ਜਿਹੜੀ ਮੇਰੀ ਜ਼ਿੰਦਗੀ 'ਚ ਆਈ ਨਾ ਵਾਈਫ, ਉਹ ਤਕਰੀਬਨ 21-22 ਸਾਲ ਦੀ ਆਈ ਹੈ। ਤੇ ਗੁੱਡ ਲੱਕ ਲਾ ਲਓ ਜਾਂ ਬੈਡ ਲੱਕ ਲਾ ਲਓ ਕਿ ਮੈਂ ਹੁਣ ਵੀ ਜਿਹਦੇ ਨਾਲ ਸ਼ਾਦੀ ਕੀਤੀ ਉਹਦੀ ਵੀ 23 ਸਾਲ ਉਮਰ ਹੈ ਤੇ ਮੇਰੀ 47 ਸਾਲ ਉਮਰ ਹੈ। ਠੀਕ ਹੈ, 20 ਸਾਲ ਦਾ ਫਰਕ ਹੈ। ਇਹ 20 ਸਾਲ ਦਾ ਫਰਕ ਹੈ ਅਲਹਮਦੁਲਿਲਾ। ਤੇ ਜਦੋਂ ਚੌਥੀ ਸ਼ਾਦੀ ਹੋਈ ਨਾ ਉਦੋਂ ਮੇਰੀ ਤਕਰੀਬਨ ਉਮਰ ਹੈਗੀ ਸੀ ਕਿ 32 ਕਿ 33 ਸਾਲ, ਠੀਕ ਹੈ ਨਾ। ਤੇ ਮੇਰੀ ਵਾਈਫ ਦੀ ਉਮਰ ਸੀ ਤਕਰੀਬਨ 21 ਸਾਲ। ਤੇ ਮੈਂ ਜਦੋਂ ਰਿਸ਼ਤਾ ਵੇਖਣ ਗਿਆ ਨਾ, ਉਹਨਾਂ ਨੇ ਪਹਿਲਾਂ ਆਪਣੀ ਛੋਟੀ ਭੈਣ ਦਿਖਾਈ, ਤੇ ਮੇਰੇ ਮਾਂ ਪਿਓ ਕਹਿੰਦੇ ਨਹੀਂ ਉਮਰ 'ਚ ਬੜਾ ਫਰਕ ਹੈਗਾ, ਕੁੜੀ 16-17 ਸਾਲ ਦੀ, ਤੇਰੀ 33 ਸਾਲ ਉਮਰ, ਤੇਰਾ ਨਿਭਾ ਹੀ ਨਹੀਂ ਹੋਣਾ। ਮੈਂ ਕਿਹਾ ਠੀਕ ਹੈ। ਦੁਬਾਰਾ ਫਿਰ ਉਹਨਾਂ ਦੀ ਇੱਕ ਵੱਡੀ ਸਿਸਟਰ ਸੀਗੀ, ਉਹਨਾਂ ਨੇ ਕਿਹਾ ਤੁਸੀਂ ਇੱਧਰ ਕਰ ਲਓ। ਫਿਰ ਉਹਦੇ ਸਮਝ ਆਉਂਦੀ ਸੀ, ਉੱਧਰ ਕਰ ਲਿਆ, ਸਭ ਕੁਝ ਦੱਸ ਕੇ ਵੀ ਇਹ ਮੇਰੀ ਮਜਬੂਰੀ ਹੈਗੀ। लेकिन शादी हो गई माशाल्लाह, अल्लाह ने एक बेटी अता करती, ठीक है ना। जो बेटी होगी लेकिन उन्होंने ऐसा ऐसा डिमांड होना भी कि अब हमारी बच्ची को तो अलग रख। मैं कहा देखो एक तुम वाजे क्या होया कि मैं अलग मकान नहीं लेना, मैं अपने माँ प्यो को नहीं छड़ना। लेकिन उन्होंने कहा नहीं नहीं अलग रखना पेगा, तू अलग रह के माँ प्यो अपनी बीवी ने अलग रह के माँ प्यो की खिदमत करदा है। मैं कहा तुहाडी गल जायज़ है, मैं इंज करदा इनू अलग रख देना तो माँ प्यो कोल रह के ना ते अपनी बीवी की खिदमत कर लेना। वो कहंदे ये किवें हो सकदा, तो मैं कहा फिर वो किवें हो सकदा है। बीवी फिर उन्होंने डिवोर्स देती तुसी आप? मैं फिर तैयार कर लिया, मैं डिवोर्स नहीं देनी, जो मर्जी हो जाए। मैं आख्या मेरा भावें सिर पड़ दो, मैं डिवोर्स नहीं देना, मैं बहुत तंग आ चुके हैं। मैं आख्या लड़ेगी झगड़ेगी 2 साल 3 साल 4 साल जिन्ना अरसा रहेगी आखिर सिद्धि हो जाएगी। लेकिन जिवें कहंदे ने तेनों मैं छड़ता, चौथी ने मैनू छड़ता। अच्छा, उन्हें खुला करके आप डिवोर्स ਇਹ ਬਦਵਾ ਲੱਗ ਗਈ ਉਹਨਾਂ ਤਿੰਨਾਂ ਦੀ। हाँ कह सकते हो कि तीनों की लगी, उन्हें मैनू छड़ता। ਅੱਛਾ, उस तो बाद फिर मैं मुल्तान छड़ता। ਅੱਛਾ ਤੁਸੀਂ ਮੁਲਤਾਨ ਰਹਿੰਦੇ ਸੀ? हाँ जी मैं मुल्तान रहता सी, मेरी 4 शादी मुल्तान हुई हैं। फिर मैं जिथे मैं 4 बुढ़ियाँ छड़ियाँ, फिर मैं मुल्तान में छड़ता, फिर मैं लाहौर शिफ्ट हो गया। लाहौर है, लाहौर की क्या बात है। लाहौर आया इत्थे मैं अपना कारोबार सैट किया, मैं थिएटर भी करदा, ठीक है ना। आओ मैं दर्जियां का काम भी करदा, थिएटर भी करदा, ठीक है ना। तो उस तो बाद मैं इत्थे आके थिएटर किया, इत्थे आप शॉप की आके। फिर एक चैनल ते मैं काम कर रहा सी, उत्थे मेरी एक कोई मेकअप मैन सन, उन्होंने मेरी गलबात हुई, तो उन्होंने मेरा बच्ची का रिश्ता साडा तय पाया। मैं उन्होंने कहा सी कि बच्ची ये 21-22 साल की, मेरी शादी में 3 साल हो गए ने माशाल्लाह। एक बेटा भी मेरा 2.5 साल का। टोटल कितने बच्चे ने? 2 बच्चे ने, एक पिछली च बेटी है ते एदे च बेटा है। वो बेटी ਤੁਹਾਡੇ ਕੋਲ ਹੈ? नहीं बेटी माँ दे कोल ही है। अच्छा, क्योंकि माँ फिर 5वीं होई माशाल्लाह ਤੁਹਾਡੀ? हाँ ए 5वीं शादी है।
ਤੇ ਇਹ ਕਾਮਯਾਬ ਜਾਰੀ ਮਾਸ਼ਾਅੱਲਾ। ਅਲਹਮਦੁਲਿਲਾ ਇਹ ਸ਼ਾਦੀ ਨੂੰ ਤਕਰੀਬਨ 4 ਸਾਲ ਹੋਣ ਵਾਲੇ ਨੇ ਮੇਰੀ ਨੂੰ, ਲੇਕਿਨ ਅਲਹਮਦੁਲਿਲਾ ਜਿੱਡਾ ਪੁਰਸਕੂਨ ਮੈਂ ਜ਼ਿੰਦਗੀ ਗੁਜ਼ਾਰ ਰਿਹਾ ਕਿ ਮੈਨੂੰ ਬੀਵੀ ਅੱਲਾ ਨੇ ਇਸ ਤਰ੍ਹਾਂ ਦਿੱਤੀ ਕਿ ਮੈਂ ਕਹਿ ਸਕਦਾ ਕਿ ਮੇਰੀ ਜ਼ਿੰਦਗੀ ਇਸ ਟਾਈਮ ਜੰਨਤ ਨੁਮਾ ਹੈਗੀ। ਮੈਂ ਬੜਾ ਪੁਰਸਕੂਨ ਜ਼ਿੰਦਗੀ ਗੁਜ਼ਾਰ ਰਿਹਾ। ਅੱਲਾ ਨੇ ਖੂਬਸੂਰਤ ਬੇਟਾ ਵੀ ਅਤਾ ਕੀਤਾ ਹੈ। ਜਦੋਂ ਮੈਂ ਆਪਣੀ ਜ਼ਿੰਦਗੀ ਵੇਖਦਾ ਨਾ ਫਿਰ ਮੈਨੂੰ ਫੀਲ ਹੁੰਦਾ ਕਿ ਮੈਂ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਜ਼ਿਆਦਤੀ ਨਹੀਂ ਕੀਤੀ ਕਿ ਜਿਹਦੀ ਵਜ੍ਹਾ ਤੋਂ ਮੇਰੀ ਜ਼ਿੰਦਗੀ ਜਿਸ ਤਰ੍ਹਾਂ ਦਾ ਮਸਲਾ ਹੁੰਦਾ। ਅੱਛਾ, ਤੇ ਤੁਸੀਂ ਜਦੋਂ ਇਕੱਲੇ ਬੈਠਦੇ ਕਦੀ ਯਾਦ ਨਹੀਂ ਆਈ ਪਿਛਲੀਆਂ 4 ਬੇਗਮਾਂ ਕਿ ਕਦੀ ਉਹਨਾਂ ਦੀ ਕੋਈ ਤੁਹਾਨੂੰ ਬਦ ਦੁਆ ਹਾਂ ਲੱਗ ਜਾਏ ਜਾਂ ਕੁਛ ਹੋ ਜਾਏ, ਕਦੀ ਪਛਤਾਵਾ ਹੋਇਆ ਹੈ ਕਿ ਜਲਦਬਾਜ਼ੀ 'ਚ ਤਲਾਕਾਂ ਦਿੱਤੀਆਂ ਗਈਆਂ ਤੇ ਅੱਗੋਂ ਨਵੀਆਂ ਸ਼ਾਦੀਆਂ? ਇੱਕ ਦੌਰ 'ਚ ਹੋਇਆ ਸੀ ਪਛਤਾਵਾ ਕਿ ਯਾਰ ਮੈਂ ਜ਼ਿਆਦਤੀ ਕੀਤੀ, ਗਲਤ ਕੀਤਾ ਕਿ ਆਖਰ ਮੇਰੀ ਵੀ ਇੱਕ ਬੇਟੀ ਹੈਗੀ, ਮੈਨੂੰ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਸੀਗਾ। ਲੇਕਿਨ ਜਦੋਂ ਸਮਝ ਆਈ ਉਦੋਂ ਥੋੜਾ ਲੇਟ ਹੋ ਗਿਆ ਸੀਗਾ। ਲੇਕਿਨ ਹੁਣ ਹੈ ਕਿ ਇਸ ਵਕਤ 'ਚ ਮੈਂ ਹਰ ਲੜਕੀ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਕੈਰੀਅਰ, ਹੁਣ ਮੈਂ ਸ਼ਾਦੀ ਦਫ਼ਤਰ ਬਣਾਇਆ ਹੈ। ਹਾਂਜੀ, ਲੋਕਾਂ ਦੀ ਸ਼ਾਦੀਆਂ ਕਰਵਾਉਂਦੇ ਹੋ? ਅੱਛਾ, ਉਹ ਤਾਂ ਕਾਮਯਾਬ ਨਹੀਂ ਮੈਨੂੰ ਲੱਗਦਾ ਹੋਣਾ ਕਿਉਂਕਿ ਉੱਥੇ ਤਾਂ ਤੁਸੀਂ ਤਲਾਕਾਂ ਹੀ ਕਰਾਈ ਜਾਓਗੇ। ਨਹੀਂ ਅਲਹਮਦੁਲਿਲਾ ਮੈਂ ਤਕਰੀਬਨ ਜਿੰਨੇ ਰਿਸ਼ਤੇ ਕਰਾਣੇ ਇਸ ਟਾਈਮ ਕਾਮਯਾਬ ਰਿਸ਼ਤੇ ਨੇ, ਕਿਉਂਕਿ ਮੈਂ ਜਿਹੜਾ ਦਫ਼ਤਰ ਬਣਾਇਆ ਮੈਂ ਫੀ ਸਬੀਲਿਲ੍ਲਾਹ ਰਿਸ਼ਤੇ ਕਰਾਉਣਾ। ਅੱਛਾ, ਮੈਂ ਹੁਣ ਸਿਰਫ ਨਾ ਬੱਚਿਆਂ ਦਾ ਤੇ ਬੱਚਿਆਂ ਦਾ ਘਰ ਆਬਾਦ ਕਰਨ ਦੀ ਕੋਸ਼ਿਸ਼ ਕਰਦਾ ਤੇ ਠੀਕ ਹੈ ਨਾ। ਕੁਛ ਸ਼ਾਦੀ ਦਫ਼ਤਰ ਵਾਲੇ ਪੈਸੇ ਖਾਂਦੇ ਨੇ, ਮੈਂ ਪਾਣੀ ਦਾ ਗਲਾਸ ਵੀ ਉਹਨਾਂ ਕੋਲ ਨਹੀਂ ਪੈਂਦਾ। ਮੈਂ ਕਹਿੰਦਾ ਹੁਣ ਉਹ ਕੰਮ ਕਰੀ ਜਿਹਦੇ ਨਾਲ ਕੋਈ ਪਿਛਲੀ ਜ਼ਿੰਦਗੀ ਦੇ ਗੁਨਾਹ ਦੀ ਨਾ ਕੋਈ ਮਾਫੀ ਹੋ ਜੇ। ਅਲਹਮਦੁਲਿਲਾ ਮੇਰੀ ਜ਼ਿੰਦਗੀ ਆਵਾਮ ਨੂੰ ਮੈਸੇਜ, ਆਵਾਮ ਨੂੰ ਮਰਦਾਂ ਸੇ ਮੈਸੇਜ ਹੈਗਾ ਕਿ ਮਰਦ ਉਹ ਨਹੀਂ ਹੈਗਾ ਜਿਹਦੇ ਮੂੰਹ 'ਚ ਮੁੱਛ ਦਾੜੀ ਹੈ ਤੇ ਉਹ ਮਰਦ ਹੋ ਗਿਆ। ਮਰਦ ਉਹ ਜਿਹ 'ਚ ਸਬਰ ਤੇ ਬਰਦਾਸ਼ਤ ਜ਼ਿਆਦਾ ਹੈ, ਜਿਹ 'ਚ ਹੌਸਲਾ ਜ਼ਿਆਦਾ ਹੈ। ਅਗਰ ਤੁਸੀਂ ਆਪਣੀ ਬੀਵੀ ਨਾਲ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਰਦ ਬਣਨਾ ਪਏਗਾ, ਤੁਹਾਨੂੰ ਬਰਦਾਸ਼ਤ ਤੇ ਹੌਸਲਾ ਕਰਨਾ ਪਏਗਾ। ਔਰਤ ਟੇੜੀ ਪਸਰੀ ਨਾਲ ਪੈਦਾ ਹੋਈ, ਇਹਨੂੰ ਸਿੱਧਾ ਕਰੋਗੇ ਟੁੱਟ ਜਾਏਗੀ। ਇਹਦੀ ਬਰਦਾਸ਼ਤ ਕਰੋ, ਇਹਦੀ ਸੁਣੋ। ਇਹਨੇ ਹਰ ਗੱਲਬਾਤ ਤੁਹਾਡੇ ਨਾਲ ਕਰਨੀ ਹੁੰਦੀ ਹੈ। ਕਿਸ ਟਾਈਮ ਤੁਸੀਂ ਬਾਹਰੋਂ ਆਏ ਹੋ, ਤੁਹਾਡੇ ਕਾਰੋਬਾਰੀ ਪਰੇਸ਼ਾਨੀ, ਤੁਹਾਡਾ ਕੋਈ ਦੋਸਤੀ ਨਾਲ ਲੜਾਈ ਹੋਈ ਹੈ, ਕੋਈ ਰਿਸ਼ਤੇਦਾਰੀ ਦਾ ਝਗੜਾ ਹੋਇਆ, ਇਹ ਤੁਸੀਂ ਬੀਵੀ ਤੇ ਗੁੱਸਾ ਨਹੀਂ ਕਰਨਾ, ਇਹ ਤੁਹਾਡਾ ਜ਼ਾਤੀ ਮੈਟਰ ਹੈਗਾ। ਬੀਵੀ ਨੂੰ ਤੁਸੀਂ ਹੈਪੀ ਮੂਡ ਦੇਣਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਇੰਤਜ਼ਾਰ ਕਰਦੀ ਵੀ ਤੁਸੀਂ ਆਓਗੇ, ਤੁਹਾਡੇ ਨਾਲ ਮੈਂ ਦਿਲ ਦੀ ਗੱਲ ਕਰਾਂਗੀ। ਤੇ ਬੀਵੀ ਦੀ ਸੁਣੋ, ਉਹਦੇ ਜਾਇਜ਼ ਮੁਤਾਲਬਾਤ ਪੂਰੇ ਕਰੋ, ਉਹਨੂੰ ਟਾਈਮ ਦਿਓ। ਅਗਰ ਕੋਈ ਗੱਲ ਨਹੀਂ ਸਮਝ ਆਉਂਦੀ ਬਰਦਾਸ਼ਤ ਕਰੋ, ਸਬਰ ਕਰੋ, ਤੁਹਾਡੀ ਜ਼ਿੰਦਗੀ ਬਹੁਤ ਅੱਛੀ गुजरेगी। अगर आपके पास कोई ऐसा हैरत अंगेज या अजीब सा 5 बीवियों वाला टैलेंट है या कोई मोटिवेशनल स्टोरी, तो मेरा व्हाट्सएप का नंबर स्क्रीन पर चल रहा है, आप मेरे से रब्ता कर सकते हैं। अपना ढेर सारा ख्याल रखिएगा। थैंक यू सो मच। अल्लाह हाफिज़।